ਪੰਜਾਬ ਵਿੱਚ ਨਿਰੰਤਰ ਵੱਧ ਰਹੇ ਕਰੋਨਾ ਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਰੋਜ਼ਾਨਾ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਹੁਣ ਜਾਣਕਾਰੀ ਮਿਲੀ ਹੈ, ਪੰਜਾਬ ਸਰਕਾਰ ਨੂੰ ਹਸਪਤਾਲਾਂ ਵਿੱਚ ਜਿਹੜੀ ਆਕਸੀਜਨ ਮਰੀਜ਼ਾਂ ਲਈ ਚਾਹੀਦੀ ਹੈ ਉਹਦਾ ਐਡਵਾਂਸ ਪ੍ਰਬੰਧ ਕਰਨਾ ਪੈ ਰਿਹਾ, ਕਿਉਂਕਿ ਜੋ ਪਤਾ ਲੱਗਾ ਵੀ ਅੱਗੇ ਨਾਲੋਂ 5 ਗੁਣਾ ਜਿਹੜੀ ਹੈ ਆਕਸੀਜਨ ਦੀ ਲੋੜ ਵੱਧ ਗਈ ਹੈ ਪੰਜਾਬ 'ਚ ਕਰੋਨਾ ਦੇ ਕੇਸ ਵਧਣ ਨਾਲ। ਸਾਡੇ ਨਾਲ ਮੌਜੂਦ ਨੇ ਇਸ ਵੇਲੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ MD ਮੈਡਮ ਤਨੂ ਕਸ਼ਪ ਜੀ। ਉਹਨਾਂ ਨੂੰ ਪੁੱਛਦੇ ਹੋ ਸਾਰੇ ਪ੍ਰਬੰਧ ਕਰ ਰਹੇ ਨੇ। ਮੈਡਮ, ਕੀ ਪ੍ਰਬੰਧ ਕਰ ਰਹੇ ਇਸ ਪਰ? ਮੈਂ ਇਹਦੇ ਵਿੱਚ ਇੱਕ ਗੱਲ ਜਿਹੜੀ ਸਾਂਝੀ ਕਰਨਾ ਚਾਹਾਂਗੀ ਉਹ ਇਹ ਹੈ ਕਿ ਜਿਸ ਤਰੀਕੇ ਹੁਣ ਜਿੰਨੇ ਵੀ ਡਾਕਟਰਸ ਹੈਗੇ ਨੇ, ਜਿਹੜੀ ਮੈਡੀਕਲ ਕਮਿਊਨਿਟੀ ਲੋਕੀ ਹੈਗੇ ਨੇ, ਉਹਨਾਂ ਦਾ ਹੁਣ ਇਹ ਐਕਸਪੀਰੀਅੰਸ ਆ ਰਿਹਾ ਹੈਗਾ ਕਿ ਜਿਹੜੇ ਲੋਕੀ ਜਾਂ ਵੈਂਟੀਲੇਟਰ 'ਤੇ ਨਾ ਜਾਣ, ਉਸ ਤੋਂ ਪਹਿਲਾਂ ਹੀ ਜਿਹੜੇ ਆਪਣੇ ਕੁਝ ਤਰੀਕੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਨੌਨ ਇਨਵੇਸਿਵ ਵੈਂਟੀਲੇਟਰ ਕਹਿੰਦੇ ਹੈਗੇ। ਉਹਦੇ 'ਚ ਕਈ ਸਾਰੇ ਤਰੀਕੇ ਹੈਗੇ, ਜਿਵੇਂ ਕਿ ਜੇ ਮੈਂ ਦੱਸਾਂ, ਕੁਛ ਇੱਕ ਮਾਸਕ ਹੁੰਦੇ ਹੈਗੇ, ਜਿਵੇਂ ਵੈਂਚੁਰੀ ਮਾਸਕ ਹੋ ਗਿਆ, ਨੌਨ ਰੀਯੂਜ਼ੇਬਲ ਬਰੀਦੇਬਲ ਮਾਸਕ ਹੋ ਗਿਆ, NIV ਦਾ ਮਾਸਕ ਹੋ ਗਿਆ, ਹਾਈ ਫਲੋ ਨੇਜ਼ਲ ਕੈਨੂਲਾ ਹੋ ਗਿਆ। ਇਹਦੇ ਵਿੱਚ ਆਕਸੀਜਨ ਦੀ ਜਿਹੜੀ ਖਪਤ ਹੈ ਉਹ ਥੋੜ੍ਹੀ ਜ਼ਿਆਦਾ ਹੁੰਦੀ ਹੈਗੀ ਹੈ। ਔਰ ਡਾਕਟਰਾਂ ਦਾ ਇਹ ਮੰਨਣਾ ਹੈਗਾ ਹੁਣ ਕਿ ਇਹ ਜਿਹੜੇ ਨੌਨ ਇਨਵੇਸਿਵ ਤਰੀਕੇ ਮਾਸਕ ਵਾਲੇ ਹੈਗੇ, ਇਹਨਾਂ 'ਚ ਮਰੀਜ਼ਾਂ ਦੀ ਇਹ ਜ਼ਿਆਦਾ ਮਦਦ ਕਰ ਰਹੀ ਹੈਗੀ ਹੈ, ਲੋਕਾਂ ਦੀ ਜ਼ਿਆਦਾ ਮਦਦ ਹੋ ਰਹੀ ਹੈ, ਲੋਕੀ ਬਿਹਤਰ ਹੋ ਰਹੇ ਨੇ। ਤਾਂ ਇਹ ਤਰੀਕਾ ਜਿਹੜਾ ਵੈਂਟੀਲੇਟਰ ਤੋਂ ਪਹਿਲਾਂ ਦਾ ਹੈਗਾ ਉਹਨੂੰ ਆਪਾਂ ਵੱਧ ਤੋਂ ਵੱਧ ਯੂਜ਼ ਕਰੀਏ, ਲੋਕਾਂ ਦੀ ਜਾਨਾਂ ਬਚ ਰਹੀਆਂ ਨੇ। ਅਤੇ ਜਿਵੇਂ ਮੈਂ ਕਿਹਾ, ਇਹਦੇ ਵਿੱਚ ਹੁਣ ਆਕਸੀਜਨ ਦੀ ਲੋੜ ਜ਼ਿਆਦਾ ਹੈ। ਜੇ ਮੈਂ ਤੁਹਾਨੂੰ ਮੈਂ ਸ਼ੇਅਰ ਕਰ ਸਕਾਂ, ਅਤੇ ਮਹੀਨਾ ਪਹਿਲਾਂ ਕਰੀਬ 20 MT ਦੀ ਖਪਤ ਸਾਡੀ ਪੂਰੀ ਹੁੰਦੀ ਸੀਗੀ ਪੰਜਾਬ 'ਚ। ਇਸ ਵੇਲੇ ਸਾਨੂੰ ਉਹ ਕਰੀਬ 90 ਦੇ ਕਰੀਬ ਸਾਨੂੰ ਲੋੜ ਪੈ ਰਹੀ ਹੈ। ਸਰਕਾਰੀ ਔਰ ਪ੍ਰਾਈਵੇਟ ਸਾਰੇ ਹਸਪਤਾਲਾਂ ਨੂੰ ਮਿਲਾ ਕੇ ਇੰਨੀ ਖਪਤ ਪੰਜਾਬ 'ਚ ਹੋ ਰਹੀ ਹੈਗੀ ਹੈ। ਲੇਕਿਨ ਇਹਦੀ ਸਪਲਾਈ, ਇਹਦੀ ਜਨਰੇਸ਼ਨ ਜਿਹੜੀ ਹੁੰਦੀ ਹੈਗੀ ਹੈ, ਉਹ ਪੰਜਾਬ 'ਚ 2 ਤਰੀਕੇ ਦੇ ਆਕਸੀਜਨ ਪਿੱਛੋਂ ਆਉਂਦੇ ਹੈਗੇ। ਲਿਕੁਇਡ ਆਕਸੀਜਨ ਹੁੰਦਾ ਹੈਗਾ, ਇੱਕ ਜਿਹੜਾ ਆਪਣੀ ਜਿਹੜੀ ਹਵਾ ਹੈਗੀ ਉਸੇ ਤੋਂ ਜਨਰੇਟ ਹੋ ਸਕਦਾ ਹੈਗਾ। ਤਾਂ ਲਿਕੁਇਡ ਆਕਸੀਜਨ ਦੇ ਜਿਹੜੇ ਪਲਾਂਟਸ ਹੈਗੇ ਉਹ ਪੰਜਾਬ 'ਚ ਨਹੀਂ ਹੈਗੇ। ਰਾਜ ਦੇ ਬਾਹਰ 3 ਪਲਾਂਟਸ ਜਿੱਥੋਂ ਸਾਨੂੰ ਪਹਿਲਾਂ ਤੋਂ ਸਪਲਾਈ ਆਉਂਦੀ ਰਹੀ ਹੈਗੀ ਉੱਥੋਂ ਹੀ ਆ ਰਿਹਾ ਹੈ। ਲੇਕਿਨ ਆਪਾਂ ਲਗਾਤਾਰ ਲੱਗੇ ਹੋਏ ਹੈਗੇ। ਕਿਹੜੇ ਪਲਾਂਟ ਨੇ? 3 ਥਾਵਾਂ ਤੋਂ ਆਉਂਦੇ ਹੈਗੇ ਨੇ ਜੀ। ਇਹ ਇੱਕ ਤਾਂ ਬੱਦੀ ਤੋਂ ਆਉਂਦਾ ਹੈਗਾ, ਇਹ ਹਿਮਾਚਲ ਪ੍ਰਦੇਸ਼, ਇੱਕ ਪਾਣੀਪਤ ਤੋਂ ਹੈਗਾ, ਇੱਕ ਦੇਹਰਾਦੂਨ ਉੱਤਰਾਖੰਡ ਤੋਂ ਹੈ। ਤਾਂ ਸਾਡੇ ਹੁਣ ਅੱਜ ਹੀ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ, ਜਿਹੜੇ ਆਪਣੇ ਜੁਆਇੰਟ ਕੰਟਰੋਲਰ ਡਰੱਗਸ, ਫੂਡ ਐਂਡ ਡਰੱਗਸ ਹੈਗੇ ਨੇ, ਜੁਆਇੰਟ ਕਮਿਸ਼ਨਰ, ਉਹਨਾਂ ਦੀ ਐਜ਼ ਨੋਡਲ ਅਫਸਰ ਡਿਊਟੀ ਲਗਾ ਦਿੱਤੀ ਹੋਈ ਹੈ। ਮੈਂ ਤਾਂ ਪੂਰੇ ਪੰਜਾਬ ਦੀ ਜਿਹੜੀ ਹੈਗੀ ਹੈ ਇਸ ਇਸ਼ੂ ਨੂੰ ਮੈਂ ਦੇਖ ਹੀ ਰਹੀ ਹਾਂ, ਬਟ ਉਹ ਮੇਰੇ ਨਾਲ ਹੁਣ ਹੋਣਗੇ। ਆਪਾਂ ਇਹਨਾਂ 3 ਪਲਾਂਟਸ 'ਤੇ ਜਿਹੜੇ ਉੱਥੇ ਦੇ ਹੈਗੇ ਨੇ ਮੈਨੇਜਮੈਂਟ, ਉਹਨਾਂ ਨਾਲ ਡੇਲੀ ਰਾਬਤਾ ਕਾਇਮ ਕੀਤਾ ਹੋਇਆ ਹੈ। ਇਹਦੇ ਵਿੱਚ ਮੈਂ ਹੋਰ ਐਡ ਕਰਾਂਗੀ ਕਿ ਜਿਹੜੇ ਕਰੀਬ 18 ਲੋਕਲ ਪੰਜਾਬ ਦੇ ਇੱਦਾਂ ਦੀਆਂ ਇੰਡਸਟਰੀਜ਼, ਮੈਨੂਫੈਕਚਰਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਆਕਸੀਜਨ ਸਪਲਾਈ ਕਰ ਰਹੇ ਹੈਗੇ ਨੇ, ਟੈਂਕਰ ਤੋਂ ਲੈ ਕੇ ਆਉਂਦੇ ਹੈਗੇ ਔਰ ਬਾਕੀ ਸਾਰੇ ਹਸਪਤਾਲਾਂ ਨੂੰ ਪਹੁੰਚਾਉਂਦੇ ਹੈਗੇ ਨੇ। ਉਹਨਾਂ ਨਾਲ ਵੀ ਸਾਡਾ ਡੇਲੀ ਦਾ ਤਾਲਮੇਲ ਹੈਗਾ। ਜਿਹੜੇ ਬਾਹਰੋਂ ਆਪਾਂ ਦੇਹਰਾਦੂਨ, ਬੱਦੀ ਜਾਂ ਪਾਣੀਪਤ ਤੋਂ ਹੋਰ ਆਕਸੀਜਨ ਦੀ, ਲਿਕੁਇਡ ਆਕਸੀਜਨ ਦੀ ਮੰਗ ਕਰ ਰਹੇ ਹਾਂ, ਕਿੰਨੀ ਆਪਾਂ ਡਿਮਾਂਡ ਵਧਾਈ ਹੈ, ਕਿੰਨੀ ਡਿਮਾਂਡ ਕੀਤੀ ਆਪਾਂ ਅੱਗੇ ਤੋਂ ਵੱਧ ਕਿੰਨੀ? ਸੋ ਡਿਮਾਂਡ ਸਾਡੀ ਐਸਾ ਉਹਨਾਂ ਤੋਂ ਵੱਧੀ ਨਹੀਂ ਹੈਗੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ, ਜਿਵੇਂ ਬੱਦੀ ਦੇ ਪਲਾਂਟ ਨਾਲ ਮੈਂ ਉਹਨਾਂ ਦੇ ਜਨਰਲ ਮੈਨੇਜਰ ਨਾਲ ਕੱਲ੍ਹ ਹੀ ਗੱਲ ਕੀਤੀ, ਅੱਜ ਸਵੇਰੇ ਵੀ ਮੈਂ ਕਰ ਰਹੀ ਸੀ। ਉਹਨਾਂ ਦੀ ਕਪੈਸਿਟੀ ਜਿਹੜੀ ਹੈਗੀ ਉਹ 100 MT ਦੀ ਹੈਗੀ ਹੈ। ਉਹ ਆਲਰੇਡੀ ਪੰਜਾਬ ਨੂੰ 80 MT ਦੇ ਕਰੀਬ ਸਪਲਾਈ ਕਰ ਰਹੇ ਹੈਗੇ ਨੇ, ਦੇ ਹੀ ਰਹੇ ਹੈਗੇ ਨੇ। ਅਤੇ ਸਾਨੂੰ ਜਿੱਦਾਂ ਲੱਗਦਾ ਹੈਗਾ ਕਿ ਜੇ 3 ਪਲਾਂਟ ਜਿੰਨਾ ਸਾਨੂੰ ਦੇ ਰਹੇ ਨੇ ਜਾਂ ਜਿੰਨਾ ਕਹਿ ਰਹੇ ਹੈਗੇ ਕਿ ਦੇ ਰਹੇ ਨੇ, ਉਹਨੂੰ ਆਪਾਂ ਥੋੜ੍ਹਾ ਜਿਹਾ ਜੇ ਰੈਸ਼ਨਲਾਈਜ਼ ਕਰ ਦਈਏ ਤਿੰਨਾਂ ਦੇ ਵਿੱਚ, ਸਾਨੂੰ ਦਿੱਕਤ ਨਹੀਂ ਆਉਣੀ ਚਾਹੀਦੀ ਹੈਗੀ ਹੈ। ਪੰਜਾਬ 'ਚ ਕਿੰਨੀ ਕੁ ਇਹਦੀ ਪ੍ਰੋਡਕਸ਼ਨ ਹੋ ਜਾਂਦੀ ਜਿਹਦੀ ਆਪਣੀ ਨੀਡ ਪੂਰੀ ਹੋ ਜਾਏ? ਜਿਵੇਂ ਮੈਂ ਦੱਸਿਆ, ਪੰਜਾਬ 'ਚ ਲਿਕੁਇਡ ਆਕਸੀਜਨ ਦਾ ਕੋਈ ਮੈਨੂਫੈਕਚਰਿੰਗ ਪਲਾਂਟ ਨਹੀਂ ਹੈ। ਇੱਥੇ ਜਿਹੜਾ ਉਹ ਤਿੰਨਾਂ ਤੋਂ ਲੈ ਕੇ ਆਉਂਦੇ ਹੈਗੇ, ਅਤੇ ਬਠਿੰਡੇ ਕੋਲ ਇੱਕ ਲੋਕਲ ਇੰਡਸਟਰੀ ਦਾ ਹੈਗਾ ਪਲਾਂਟ, ਜਿੱਥੇ ਉਹ ਸਟੋਰ ਕਰਦੇ ਹੈਗੇ, ਫਿਰ ਉਸ ਤੋਂ ਬਾਅਦ ਬਾਕੀ ਦਿੰਦੇ ਹੈਗੇ। ਜਿਹੜੇ ਨਾਰਮਲ ਏਅਰ ਤੋਂ ਜਨਰੇਟ ਕਰਦੇ ਹੈਗੇ ਉਹਨਾਂ ਦੇ 2 ਪਲਾਂਟਸ ਹੈਗੇ ਨੇ ਪੰਜਾਬ 'ਚ, ਇੱਕ ਜਲੰਧਰ ਕੋਲ ਹੈ ਔਰ ਇੱਕ ਮੰਡੀ ਗੋਬਿੰਦਗੜ੍ਹ 'ਚ ਹੈਗਾ। ਪਰ ਇਹ ਛੋਟੇ ਪਲਾਂਟਸ ਨੇ, ਔਰ ਇਹ ਪਲਾਂਟਸ ਜਿਹੜੇ ਹੈਗੇ ਇਹਨਾਂ ਨੂੰ ਬਣਾਉਣ ਲਈ ਵੀ 3 ਮਹੀਨੇ ਦਾ ਸਮਾਂ ਲੱਗਦਾ ਹੈ। ਮੈਂ ਇਨਫੈਕਟ ਐਡ ਕਰਾਂਗੀ ਕਿ
ਸਿਵਲ ਹਸਪੀਟਲ ਜਲੰਧਰ ਔਰ ਸਿਵਲ ਹਸਪੀਟਲ ਲੁਧਿਆਣਾ ਜਿਹੜੇ ਕਿ ਹੁਣ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਪੇਸ਼ੈਂਟ ਲੋਡ ਕਰੋਨਾ ਦੇ ਇਹਨਾਂ ਨੇ ਦੇਖੇ ਹੈਗੇ ਦੋਨੋਂ ਜ਼ਿਲ੍ਹਿਆਂ ਨੇ, ਉੱਥੇ ਦੇ ਸਿਵਲ ਹਸਪਤਾਲਾਂ ਲਈ ਆਪਾਂ ਆਕਸੀਜਨ ਜਨਰੇਸ਼ਨ ਪਲਾਂਟ ਦਾ ਹੁਣ ਸਾਨੂੰ ਅਪਰੂਵਲ ਮਿਲ ਗਈ ਹੈਗੀ ਹੈ ਤੇ ਆਪਾਂ ਉੱਥੇ ਹੁਣ ਸ਼ੁਰੂ ਕਰ ਦਾਂਗੇ ਕੰਮ। ਤੁਸੀਂ 24 ਘੰਟੇ ਕੋਵਿਡ ਦਾ ਸਾਰਾ ਦੇਖ ਰਹੇ ਜੇ ਤੁਸੀਂ, ਹੈ ਨਾ, ਕਦੀ ਸੀਐਮ ਸਾਹਿਬ ਨਾਲ ਮੀਟਿੰਗਾਂ, ਕਦੀ ਸਿਵਲ ਸਰਜਨ ਨਾਲ, ਸਾਰਿਆਂ ਨਾਲ। ਕੱਲ੍ਹ ਪੰਜਾਬ 'ਚ ਰਿਕਾਰਡ 2628 ਕੇਸ ਆਏ, ਮੌਤ ਦਰ 2.95 ਬਤੌਰ ਜੰਗ ਆਈਐਸ ਅਫਸਰ। ਤੁਸੀਂ ਕਿਵੇਂ ਮਹਿਸੂਸ ਕਰਦੇ ਜੀ? ਕਿੱਦਾਂ ਕਿ ਤੁਹਾਨੂੰ ਡਰ ਲੱਗਦਾ ਜਾਂ ਹਿੰਮਤ ਕਿੰਨੀ ਕੁ ਆਉਂਦੀ ਜਦੋਂ ਤੁਸੀਂ ਸਾਰਾ ਕੁਝ ਵਿਚਰਦੇ ਜੀ? ਮੈਂ ਤਰਲੋਚਨ ਜੀ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਚਾਹਾਂਗੀ, ਇਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ। ਡਰ ਸਾਨੂੰ ਬਿਲਕੁਲ ਨਹੀਂ ਹੈ, ਕਿਉਂਕਿ ਜੇ ਮੈਂ ਤੁਹਾਨੂੰ ਆਪਣੇ ਮਹਿਕਮੇ ਦਾ, ਹੈਲਥ ਮਹਿਕਮੇ ਦਾ ਜਾਂ ਸਰਕਾਰ ਦਾ, ਚੀਫ ਸੈਕਟਰੀ ਸਾਹਿਬ ਦਾ, ਜਿਹੜੇ ਹੈਲਥ ਐਕਸਪਰਟ ਸਾਡੇ ਨਾਲ ਲੱਗੇ ਹੋਏ ਹੈਗੇ ਨੇ, ਹਰ ਜ਼ਿਲ੍ਹੇ ਦੇ ਡੀਸੀ ਔਰ ਸਿਵਲ ਸਰਜਨ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡ ਰਹੇ ਤੇ ਤੁਹਾਨੂੰ ਡਰ ਨਹੀਂ ਹੈਗਾ, ਕਿਉਂਕਿ ਸਾਨੂੰ ਇੰਨਾ ਪਤਾ ਹੈਗਾ ਕਿ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈ, ਜਿਹੜੀ ਆਪਾਂ ਕਰ ਸਕਦੇ ਹੈਗੇ, ਉਹ ਆਪਾਂ ਜਿੰਨੀ ਲੋੜ ਹੈ ਉਸ ਤੋਂ ਵੱਧ ਕਰ ਰਹੇ ਨੇ। ਮੈਂ ਸਿਰਫ ਇੱਕੋ ਹੀ ਗੱਲ ਇੱਥੇ, ਦੋ ਤਿੰਨ ਗੱਲਾਂ ਰੈਦਰ, ਕਿਉਂਕਿ ਇਹ ਮੌਕਾ ਮਿਲਿਆ ਹੈ, ਮੈਂ ਕਰਨਾ ਚਾਹਾਂਗੀ। ਬਿਲਕੁਲ, ਮੈਂ ਕਹਿਣਾ ਚਾਹਾਂਗੀ ਕਿ ਲੋਕੀ ਇਸ ਤੋਂ ਘਬਰਾਉਣ ਨਾ। ਇਹ ਬਿਮਾਰੀ ਇੱਦਾਂ ਦੀ ਨਹੀਂ ਹੈ ਜਿਸ ਦੇ ਵਿੱਚ ਯੈਸ ਸਾਡੇ ਕੋਲ ਕੋਈ ਵੈਕਸੀਨ ਨਹੀਂ ਹੈ, ਕੋਈ ਦਵਾਈ ਐ ਸੱਚ ਜਿਹੜੀ ਸਿੱਧੀ ਚੱਲਦੀ ਹੋਵੇ ਨਹੀਂ ਹੈ, ਲੇਕਿਨ ਇਸ ਤੋਂ ਸਭ ਤੋਂ, ਇਸ ਦਾ ਵੈਕਸੀਨ ਆਪਾਂ ਹੁਣ ਕਹਿ ਰਹੇ ਹੈਗੇ, ਮੈਡੀਕਲ ਕਹਿ ਰਿਹਾ ਮਾਸਕ ਹੈ, ਤਾਂ ਮਾਸਕ ਜ਼ਰੂਰ ਪਾਉਣਾ ਹੈਗਾ। ਜਿਵੇਂ ਤੁਸੀਂ ਦੇਖੋ ਆਪਾਂ ਵੀ ਬੈਠੇ ਹੋਏ ਹੈਗੇ, ਆਪਾਂ ਮਾਸਕ ਲਾਇਆ ਨਹੀਂ ਹੈਗਾ, ਇਹ ਵੈਕਸੀਨ ਹੈ। ਦੂਜਾ ਹੈ, ਜੇ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਵੀ ਤੁਹਾਨੂੰ ਜ਼ਰਾ ਜਿਹਾ ਵੀ ਸਿੰਪਟਮ ਲੱਗਦਾ ਹੋਵੇ, ਤੁਹਾਨੂੰ ਲੱਗਦਾ ਹੋਵੇ ਕਿ ਖੰਘ ਹੋ ਰਹੀ ਹੈ ਜਾਂ ਹਲਕਾ ਜਿਹਾ ਟੈਂਪਰੇਚਰ ਹੈ, ਉਸੇ ਵੇਲੇ ਆਪਣਾ ਟੈਸਟ ਕਰਾਓ। ਬੇਨਤੀ ਹੈਗੀ ਹੈ ਤੁਹਾਡੇ ਤੋਂ ਕਿ ਜੇ ਆਪਾਂ ਛੇਤੀ ਟੈਸਟ ਕਰਾ ਲਵਾਂਗੇ, ਸਾਨੂੰ ਪਤਾ ਲੱਗ ਜਾਏਗਾ ਤੇ ਤੁਹਾਡੇ ਲਈ ਜਿਹੜਾ ਮੈਡੀਕਲ ਕੇਅਰ ਹੈ ਉਹ ਛੇਤੀ ਮਿਲੂਗਾ, ਤੁਹਾਡੀ ਹਾਲਤ ਜਿਹੜੀ ਹੈ ਉਹ ਵਿਗੜਨ ਤੋਂ ਪਹਿਲਾਂ ਆਪਾਂ ਬਚਾ ਸਕਾਂਗੇ। ਸਾਡੇ ਲਈ ਇੱਕ ਪਰੇਸ਼ਾਨੀ ਜਿਹੜੀ ਸਭ ਤੋਂ ਵੱਡੀ ਆ ਰਹੀ ਹੈਗੀ, ਉਹ ਇਹ ਆ ਰਹੀ ਹੈਗੀ ਹੈ ਕਿ ਲੋਕੀ ਦੱਸਦੇ ਨਹੀਂ, ਲੇਟ ਪਹੁੰਚਦੇ ਹੈਗੇ ਨੇ ਹਸਪਤਾਲਾਂ ਦੇ ਵਿੱਚ, ਉਹ ਲੇਟ ਪਹੁੰਚਦੇ ਨੇ, ਜਿਸ ਕਰਕੇ ਡਾਕਟਰਸ ਕੋਸ਼ਿਸ਼ ਕਰਨ ਤੋਂ ਬਾਵਜੂਦ ਵੀ ਕਈ ਵਾਰੀ ਲੋਕਾਂ ਨੂੰ ਬਚਾ ਨਹੀਂ ਪਾ ਰਹੇ। ਆਕਸੀਜਨ ਦੀ ਗੱਲ ਤੁਸੀਂ ਦੱਸੀ, ਠੀਕ ਹੈ, ਲੋੜ ਵੱਧ ਹੈ ਪਰ ਪ੍ਰੋਬਲਮ ਕੋਈ ਨਹੀਂ, ਕੋਈ ਪੈਨਿਕ ਵਾਲੀ ਕੋਈ ਗੱਲ ਨਹੀਂ। ਇਸ ਤੋਂ ਇਲਾਵਾ ਸਭ ਤੋਂ ਵੱਡੀ ਚੁਣੌਤੀ ਬਤੌਰ ਐਮਟੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਹੈ, ਸਾਨੂੰ ਇਹ ਅੰਦੇਸ਼ਾ ਹੈ ਕਿ ਹਜੇ, ਕਿਉਂਕਿ ਸਾਡੀ ਟੈਸਟਿੰਗ ਵੱਧ ਗਈ ਹੈਗੀ, ਕਿਸੇ ਇੱਕ ਸਮੇਂ 'ਤੇ ਆਪਾਂ ਸਿਰਫ 8000 ਟੈਸਟ ਪੂਰੇ ਪੰਜਾਬ 'ਚ ਕਰ ਰਹੇ ਸੀ, ਆਪਾਂ ਹੁਣ 33000 ਟੈਸਟ 'ਤੇ ਵੀ ਪਹੁੰਚ ਗਏ ਹੈਗੇ। ਤੋ ਦੇਖੋ, ਜਿੱਦਾਂ ਆਪਾਂ ਕਿਹਾ ਕਿ ਹੁਣ ਲੋਕਾਂ ਅਨਲੌਕ ਹੋ ਗਿਆ ਹੈ, ਲੋਕੀ ਬਾਹਰ ਤੁਰ ਫਿਰ ਰਹੇ ਹੈਗੇ ਨੇ, ਤੇ ਫਿਰ ਜਿਹੜਾ ਵਾਇਰਸ ਹੈ ਉਹ ਇੱਕ ਤੋਂ ਦੂਜੇ ਬੰਦੇ ਨੂੰ ਜਾ ਰਿਹਾ ਹੈ। ਬਿਲਕੁਲ ਸਹੀ, ਟੈਸਟ ਜਿੱਥੇ ਟੈਸਟਿੰਗ ਵਧੇਗੀ, ਜਿੰਨੇ ਪੋਜ਼ਿਟਿਵ ਹੈਗੇ, ਜੇ ਮੈਂ ਟੈਸਟ ਨਹੀਂ ਕਰਾਵਾਂ ਤਾਂ ਮੈਨੂੰ ਪਤਾ ਨਹੀਂ ਹੋਏਗਾ, ਜੇ ਮੈਂ ਕਰਾ ਲਵਾਂ ਹੋ ਸਕਦਾ ਮੇਰਾ ਨਿਕਲ ਆਏ। ਤੇ ਇਸ ਕਰਕੇ ਟੈਸਟ ਜ਼ਿਆਦਾ ਹੋ ਰਹੇ ਨੇ, ਉਸ ਤੋਂ ਲੋਕੀ ਜ਼ਿਆਦਾ ਪੋਜ਼ਿਟਿਵ ਹੋਣਗੇ, ਉਹ ਤਾਂ ਹੋਏਗਾ, ਜਿਹੜੀ ਕਿ ਐਕਚੁਅਲੀ ਵਧੀਆ ਗੱਲ ਹੈਗੀ ਹੈ, ਕਿਉਂਕਿ ਜੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਆਪਣੇ ਰਾਜ ਦੇ ਵਿੱਚ ਕਿੰਨੇ ਪੋਜ਼ਿਟਿਵ ਹੈ, ਆਪਾਂ ਉਹਨਾਂ 'ਤੇ ਧਿਆਨ ਕਰਕੇ, ਉਹਨਾਂ ਵੱਲ ਧਿਆਨ ਦੇ ਕੇ ਮੈਡੀਕਲੀ ਉਹਨਾਂ ਨੂੰ ਸਪੋਰਟ ਕਰ ਪਾ ਰਹੇ ਹੈਗੇ। ਜੇ ਨਹੀਂ ਪਤਾ ਹੈ ਤੇ ਫਿਰ ਸਾਨੂੰ ਉਹ ਸਾਡੇ ਲਈ ਸਹੀ ਗੱਲ ਨਹੀਂ ਹੈਗੀ ਹੈ। ਚੁਣੌਤੀਆਂ ਦੀ ਤੁਸੀਂ ਗੱਲ ਕੀਤੀ, ਕਿਉਂਕਿ ਆਪਾਂ ਦੇਖ ਰਹੇ ਹੈਗੇ ਕਿ ਕਾਫੀ ਲੋਕਾਂ ਨੂੰ ਹੁਣ ਹਸਪੀਟਲ ਦੀ ਲੋੜ ਪੈ ਰਹੀ ਹੈਗੀ, ਇਹਦੀ ਆਪਾਂ ਤਿਆਰੀ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਹੋਈ ਸੀਗੀ। ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਆਪਾਂ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰਤਾ ਸੀ। ਜ਼ਿਲ੍ਹੇਵਾਰ ਆਪਾਂ ਜਿਹੜੇ ਹੈਗੇ ਨੇ ਲੈਵਲ 2 ਬੈਡਸ ਜਿਹੜੇ ਹੈਗੇ, ਲੈਵਲ 1 ਜਿੱਥੇ ਕਿ ਜਿਹੜਾ ਸੀ ਕੋਵਿਡ ਕੇਅਰ ਸੈਂਟਰਸ ਹੈਗਾ, ਕਰੀਬ 12000 ਹੈ ਪੰਜਾਬ 'ਚ, ਜਿਹੜਾ ਆਪਾਂ ਤਿਆਰ ਕੀਤਾ ਹੋਇਆ ਹੈ। ਅੱਜ ਦੀ ਡੇਟ 'ਚ ਉਹ 12000 ਚੋਂ ਕਰੀਬ 7000 ਦੇ ਬੈੱਡ ਜਿਹੜੇ ਹੈਗੇ ਨੇ, ਉਹਨਾਂ 'ਚੋਂ ਵੀ ਸਿਰਫ 25% ਬੈੱਡ ਹੀ ਸਾਡੇ ਭਰੇ ਹੋਏ ਹੈਗੇ। ਟੋਟਲ 19000 ਕੁਛ ਨੇ ਇਲਾਜ ਅਧੀਨ, ਉਹਦੇ 'ਚ ਤੁਹਾਡੇ ਵੱਲੋਂ ਬਾਕੀ ਆਈਸੋਲੇਟ ਘਰਾਂ 'ਚ ਕੀਤੇ ਨੇ? ਘਰਾਂ 'ਚ ਕੀਤੇ ਹੋਏ ਹੈਗੇ, ਜਿਵੇਂ ਮੈਂ ਕਿਹਾ ਕਿ ਘਰਾਂ ਦੇ ਵਿੱਚ ਆਪਾਂ ਅਲਾਓ ਕੀਤਾ ਹੋਇਆ ਹੈ। ਜੇ ਤੁਹਾਡੇ ਘਰ ਦੇ ਵਿੱਚ ਇੱਕ ਕਮਰਾ ਹੈਗਾ, ਸੈਪਰੇਟ ਵਾਸ਼ਰੂਮ ਹੈਗਾ, ਕੇਅਰ ਟੇਕਰ ਹੈਗਾ ਕੋਈ ਜਿਹੜਾ ਕਿ ਧਿਆਨ ਕਰ ਸਕਦਾ ਹੋਵੇ, ਆਪਾਂ ਉੱਥੇ ਫਿਰ ਲੋਕਾਂ ਨੂੰ ਦੱਸਿਆ ਵੀ ਕਿ ਤੁਹਾਡਾ ਪਲਸ ਦੇਖਣਾ, ਤੁਹਾਡਾ ਸੈਚੂਰੇਸ਼ਨ ਦੇਖਣਾ, ਆਕਸੀਮੀਟਰ ਵਗੈਰਾ ਦੇਖਣਾ ਜ਼ਰੂਰੀ ਹੈਗਾ। ਸੋ ਕਿਉਂਕਿ ਦੇਖੋ,
ਆਈਸੋਲੇਸ਼ਨ ਤੇ ਜਦ ਬੰਦਾ ਕੋਈ ਹਸਪਤਾਲ ਜਾਂਦਾ ਹੈ ਤੇ ਉੱਥੇ ਫਿਰ ਕਿਉਂਕਿ ਪਰਿਵਾਰ ਨੂੰ ਮਿਲਣ ਨਹੀਂ ਦੇ ਸਕਦੇ, ਪੋਸੀਬਲ ਨਹੀਂ ਹੈ ਕਿਉਂਕਿ ਤੁਹਾਨੂੰ ਖਤਰਾ ਹੈ, ਰਿਸਕ ਹੁੰਦਾ ਹੈ, ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਵੇਂ ਹੈਗੇ ਉਹਨਾਂ ਦੇ ਪੇਸ਼ੈਂਟ। ਤੋ ਹੁਣ ਘਰਾਂ 'ਚ ਜਿਹੜਾ ਆਪਾਂ ਅਲਾਉ ਕੀਤਾ ਹੈ, ਉੱਥੇ ਵੀ ਬੇਨਤੀ ਇਹੀ ਹੈਗੀ ਹੈ ਕਿ ਘਰਾਂ 'ਚ ਆਪਾਂ ਹੋਮ ਆਈਸੋਲੇਸ਼ਨ ਅਲਾਉ ਕੀਤੀ ਹੈ, ਪਰ ਉੱਥੇ ਵੀ ਤੁਸੀਂ ਸਾਰੇ ਪਰਹੇਜ਼ ਜਿਹੜੇ ਹੈਗੇ ਉਹਨਾਂ ਦਾ ਖਿਆਲ ਬਹੁਤ ਕਰਨਾ ਹੈਗਾ। ਔਰ ਸਾਡੇ 2 ਚੈਨਲਸ ਰਾਹੀਂ ਇੱਕ 104 ਜਿਹੜੀ ਸਾਡੀ ਹੈਲਪਲਾਈਨ ਹੈਗੀ, ਉਹ ਵੀ ਕਾਰਪੋਰੇਸ਼ਨ ਦੇ ਥੱਲੇ ਹੀ ਹੈ, ਉਹ ਤੋਂ ਆਪਾਂ ਹੁਣ ਸਾਰੇ ਹੋਮ ਆਈਸੋਲੇਸ਼ਨ ਕੇਸਿਸ 'ਤੇ ਕਾਲ ਕਰਾਉਂਦੇ ਹੈਗੇ ਨੇ। 2 ਵਾਰੀ ਦਿਨ ਦੇ ਵਿੱਚ ਉਹ ਕਾਲ ਇਸ ਕਰਕੇ ਜਾਂਦੀ ਹੈ ਕਿ ਤੁਹਾਡੀ ਤਬੀਅਤ ਠੀਕ ਹੈ, ਤੁਹਾਡਾ ਸੈਚੂਰੇਸ਼ਨ ਠੀਕ ਹੈ ਜੀ, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ। ਜਿਨ੍ਹਾਂ ਨੂੰ ਸਾਨੂੰ ਦਿੱਕਤ ਮਹਿਸੂਸ ਹੁੰਦੀ, ਆਪਾਂ ਉਹਨਾਂ 104 ਨਾਲ ਸਾਡੇ ਡਾਕਟਰਸ ਵੀ ਅਟੈਚਡ ਹੈਗੇ ਨੇ, ਅਤੇ ਫਿਰ ਉਹ ਕਾਲ ਜਿਹੜੀ ਹੈ ਡਾਕਟਰ ਨੂੰ ਕਰਕੇ ਉੱਥੇ ਅਸੈਸਮੈਂਟ ਹੋ ਜਾਂਦੀ ਹੈਗੀ। ਜੇ ਸਾਨੂੰ ਲੱਗਦਾ ਹੈ ਕਿ ਕੋਈ ਪੇਸ਼ੈਂਟ ਥੋੜ੍ਹਾ ਜਿਹਾ ਡਰੋਪ ਕਰ ਰਿਹਾ ਹੈ, ਅਤੇ ਉਹਨੂੰ ਇਮੀਡੀਏਟਲੀ ਫਿਰ ਆਪਣੀ ਜਿਹੜੀ ਰਿਸਪੌਂਸ ਟੀਮ ਹੈ, ਮੋਬਾਈਲ ਟੀਮ ਹੈ, ਉਹ ਜਾ ਕੇ ਨੀਅਰੈਸਟ ਜਿਹੜਾ ਆਈਸੋਲੇਸ਼ਨ ਸੈਂਟਰ ਹੈ, ਡਿਪੈਂਡਿੰਗ ਕਿ ਉਹਦੀ ਹਾਲਤ ਕਿੱਦਾਂ ਹੈਗੀ ਹੈ, ਉਹ ਲੈਵਲ 2 'ਤੇ ਜਾਣਾ ਚਾਹੀਦਾ ਜਾਂ ਲੈਵਲ 1 'ਤੇ ਜਾਣਾ ਚਾਹੀਦਾ, ਉੱਥੇ ਆਪਾਂ ਭੇਜ ਰਹੇ ਹੈਗੇ ਨੇ। ਹਸਪੀਟਲਾਂ 'ਚ ਕਿੰਨੇ ਨੇ ਸਾਡੇ ਕੋਲ? ਦੇਖੋ ਜੀ, ਲੈਵਲ 1 ਜਿਹੜਾ ਹੈਗਾ 22 ਜ਼ਿਲ੍ਹਿਆਂ ਦੇ ਵਿੱਚ ਕਰੀਬ 27 ਇੱਦਾਂ ਦੇ ਲੋਕੇਸ਼ਨਸ ਦੇ ਵਿੱਚ, ਜਿੱਥੇ ਕਿ ਬੰਦਾ ਬਿਲਕੁਲ ਠੀਕ ਹੈ, ਮਾਈਲਡਲੀ ਸਿੰਪਟੋਮੈਟਿਕ ਹੈ, ਹਲਕਾ ਜਿਹਾ ਬੁਖਾਰ ਹੈ, ਔਰ ਉਹ ਆਪਣੇ ਘਰਾਂ 'ਚ ਨਹੀਂ ਰਹਿਣਾ ਚਾਹੁੰਦੇ, ਕਿਉਂਕਿ ਕਈ ਲੋਕੀ ਕਹਿੰਦੇ ਵੀ ਹੈਗੇ ਪ੍ਰੋਬਲਮ ਵੀ ਨਹੀਂ, ਕਈ ਲੋਕੀ ਆਪਣੇ ਪਰਿਵਾਰ ਨੂੰ ਕਿਸੇ ਰਿਸਕ 'ਤੇ ਨਹੀਂ ਰੱਖਣਾ ਚਾਹੁੰਦੇ, ਤਾਂ ਕਹਿੰਦੇ ਨਹੀਂ ਜੀ ਮੈਂ ਤਾਂ ਅਲੱਗ ਹੀ ਥਲੱਗ ਰਵਾਂ, ਬਿਹਤਰ ਹੈ। ਅਤੇ ਉਹ ਕਰੀਬ 27-28 ਸਾਡੇ ਕੋਲ ਉੱਦਾਂ ਦੇ ਸੈਂਟਰਸ ਹੈ। ਲੈਵਲ 2 ਜਿੱਥੇ ਕਿ ਪੇਸ਼ੈਂਟ ਸਟੇਬਲ ਹੈ, ਹਲਕਾ ਜਿਹਾ ਬੁਖਾਰ ਵਗੈਰਾ ਚੱਲ ਰਿਹਾ ਹੈ, ਮਾਈਲਡਲੀ ਸਿੰਪਟੋਮੈਟਿਕ ਹੈ, ਔਰ ਹੋ ਸਕਦਾ ਹੈ ਕਿ ਉਹਨੂੰ ਆਕਸੀਜਨ ਦੀ ਲੋੜ ਪੈ ਜਾਏ, ਅਤੇ ਜਿਹੜੇ ਕਿਸੇ ਹੋਰ ਬਿਮਾਰੀ ਨਾਲ ਹੈਗੇ ਉਲਝੇ, ਉਹਨਾਂ ਨੂੰ ਆਪਾਂ ਲੈਵਲ 2 'ਤੇ ਰੱਖਦੇ ਹੈਗੇ। ਲੈਵਲ 2 ਸੈਂਟਰਸ ਪੰਜਾਬ 'ਚ ਸਰਕਾਰੀ ਸਾਡੇ ਕੋਲ 63 ਹੈਗੇ ਨੇ, 63 22 ਜ਼ਿਲ੍ਹਿਆਂ 'ਚ, ਔਰ ਟੋਟਲ ਸਾਡੇ ਕੋਲ ਲੈਵਲ 2 ਦੇ ਬੈਡਸ ਕਰੀਬ 5200 ਹੈਗੇ। ਹਾਂ, ਜਿਨ੍ਹਾਂ 'ਚੋਂ ਅਜੇ ਵੀ ਹੈਵ ਕਪੈਸਿਟੀ ਸਾਡੇ ਕੋਲ ਆਕਿਊਪੈਂਸੀ ਕੰਫਰਟੇਬਲ ਹੈਗੀ ਹੈ। ਲੈਵਲ 3 ਦੇ ਜਿਹੜੇ ਬੈਡਸ ਹੈਗੇ ਸਰਕਾਰੀ ਸਾਡੇ ਕੋਲ ਕਰੀਬ 320 ਹੈਗੇ ਨੇ, ਔਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੈਵਲ 3 ਦੇ ਬੈਡਸ ਕਰੀਬ 950 ਦੇ ਕਰੀਬ ਹੈਗੇ। ਅਤੇ ਪ੍ਰਾਈਵੇਟ ਹਸਪਤਾਲਾਂ ਦਾ ਵੀ ਮੈਂ ਤੁਹਾਨੂੰ ਦੱਸਦਾ, ਕੱਲ੍ਹ ਹੀ ਚੀਫ ਸੈਕਟਰੀ ਮੈਡਮ ਨੇ ਸਾਰੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਇੱਕ VC ਕੀਤੀ ਹੈ, ਔਰ ਪ੍ਰਾਈਵੇਟ ਹਸਪੀਟਲਸ ਕਾਫੀ ਮੈਂ ਕਹਾਂਗੀ ਉਹਨਾਂ ਦਾ ਧੰਨਵਾਦ ਹੈਗਾ ਕਿ ਉਹ ਵੱਧ ਚੜ੍ਹ ਕੇ ਇਸ ਮਹਾਮਾਰੀ ਦੇ ਵਿੱਚ ਸਰਕਾਰ ਦੇ ਨਾਲ ਉਹ ਜੁੜੇ ਹੈਗੇ ਨੇ, ਮਦਦ ਕਰ ਰਹੇ ਨੇ, ਆਫਰ ਕੀਤਾ ਹੈਗਾ, ਔਰ ਕਰੀਬ ਜਿਵੇਂ ਮੈਂ ਦੱਸਿਆ 1000 ਲੈਵਲ 3 ਔਰ ਕਰੀਬ 3200 ਲੈਵਲ 2, ਸੋ ਅਰਾਊਂਡ 4000 ਦੇ ਕਰੀਬ ਬੈਡਸ ਸਾਰੇ ਜ਼ਿਲ੍ਹਿਆਂ ਦੇ ਮਿਲਾ ਕੇ ਪ੍ਰਾਈਵੇਟ ਹਸਪੀਟਲਸ ਨੇ ਸਾਨੂੰ ਆਫਰ ਕੀਤੀ ਹੈਗੀ, ਔਰ ਲੈ ਵੀ ਰਹੇ ਨੇ। ਔਰ ਕੱਲ੍ਹ ਦੀ ਵੀ ਇੰਟਰੈਕਸ਼ਨ 'ਚ ਕਾਫੀ ਉਹਨਾਂ ਨਾਲ ਸਾਡਾ ਵਧੀਆ ਹੀ ਰਿਹਾ। ਉਹਨਾਂ ਦੇ ਕੁਝ ਇਸ਼ੂਜ਼ ਤਾਂ ਹੈਗੇ ਹੀ ਨਹੀਂ, ਪਰ ਸਾਡੀ ਕੋਸ਼ਿਸ਼ ਇਹ ਹੈਗੀ ਕਿ ਆਪਾਂ ਡੇਲੀ ਜਿੰਨਾ ਕੰਮ ਕਰ ਰਹੇ ਹੈਗੇ, ਕੋਈ ਇੱਦਾਂ ਦਾ ਇਸ਼ੂ ਆਏ ਤਾਂ ਆਪਾਂ ਉਹਨੂੰ ਰਿਜ਼ੋਲਵ ਕਰ ਲਈਏ। ਲਾਸਟ ਸਵਾਲ, ਜਦੋਂ ਇਹ ਸ਼ਾਮ ਨੂੰ ਬੁਲੇਟਿਨ ਪੜ੍ਹਦੇ ਹਾਂ, ਰਿਕਾਰਡ 2628 ਕੇਸ ਆ ਗਏ, ਇੱਕ ਦਿਨ 106 ਮੌਤਾਂ ਹੋ ਗਈਆਂ, ਹੈ ਨਾ, 68 ਮੌਤਾਂ ਹੋ ਗਈਆਂ, 73 ਹੋ ਗਈਆਂ। ਪੰਜਾਬ ਦੀ ਮੌਤ ਦਰ 2.95-96 ਇੱਥੇ ਖੜੀ ਹੈ। ਇਹ ਚਿੰਤਾ ਦਾ ਵਿਸ਼ਾ ਮੁੱਖ ਮੰਤਰੀ ਸਾਹਿਬ ਵੀ ਕਹਿ ਚੁੱਕੇ, ਜਿਹੜੇ ਵੀ ਅਥਾਰਟੀ ਨਾਲ ਗੱਲ ਕਰਦੇ ਆ, ਇਹ ਚੈਲੰਜ ਨੂੰ ਕਿੱਦਾਂ ਆਪਾਂ ਠੱਲਣ ਦੇ ਯਤਨ ਕਰ ਰਹੇ? ਬਿਲਕੁਲ ਸਹੀ ਕਿਹਾ ਤੁਸੀਂ। ਇਨਫੈਕਟ ਸ਼ਾਮ ਨੂੰ ਤੁਸੀਂ ਬੁਲੇਟਿਨ ਪੜ੍ਹਦੇ ਹੋ, ਆਪਾਂ ਤਾਂ ਪੂਰੇ ਦਿਨ ਦੇ ਵਿੱਚ ਦੌਰਾਨ ਸਾਨੂੰ ਉਹਦਾ ਆਉਂਦਾ ਰਹਿੰਦਾ ਹੈਗਾ, ਔਰ ਜਿਹੜੇ ਮੌਤਾਂ ਦਾ ਨੰਬਰ ਆਪਾਂ ਦੇਖ ਕੇ ਬਿਲਕੁਲ ਸਹੀ ਹੈ ਗੱਲ, ਉਹ ਸਾਡੇ ਲਈ ਸਭ ਤੋਂ ਵੱਡਾ ਪਰੇਸ਼ਾਨੀ ਦਾ ਔਰ ਕੰਸਰਨ ਦਾ ਕਾਰਨ ਹੈਗਾ। ਔਰ ਕਿਉਂਕਿ ਆਪਾਂ ਪੰਜਾਬ ਨੂੰ ਹੁਣ ਪੀਕ 'ਚ ਆਪਾਂ ਮੰਨ ਰਹੇ ਹੈਗੇ ਕਿ ਆਪਾਂ ਪੰਜਾਬ ਦਾ ਪੀਕ ਦੇਖ ਰਹੇ ਹੈਗੇ ਨੇ, ਅਤੇ ਇਹ ਸਾਡੇ ਲਈ ਇੱਕ ਚੁਣੌਤੀ ਹੈਗੀ ਹੈ। ਲੇਕਿਨ ਮੈਂ ਮੰਨਦੀ ਹਾਂ, ਮੈਂ ਬਿਲੀਵ ਕਰਦੀ ਹਾਂ, ਜਿੰਨੀਆਂ ਕੋਸ਼ਿਸ਼ਾਂ ਆਪਾਂ ਕਰ ਰਹੇ ਹੈਗੇ ਨੇ, ਜਿੰਨੀ ਸਾਡੀਆਂ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਨੇ, ਜਿੰਨਾ ਡਾਕਟਰਸ ਇਹਦੇ ਵਿੱਚ ਮਿਹਨਤ ਕਰ ਰਹੇ ਹੈਗੇ, ਮੈਂ ਦੱਸਣਾ ਚਾਹਾਂਗੀ ਕਿ ਕਈ ਸਾਰੇ ਡਾਕਟਰਸ, ਕਈ ਸਾਰੇ ਹੈਲਥ ਵਰਕਰਸ, ਕਈ ਸਾਰੇ ਸਿਵਲ ਸਰਜਨਸ, ਕਈ ਸਾਰੇ ADC ਲੈਵਲ ਦੇ ਅਫਸਰ ਵੀ ਪੋਜ਼ੀਟਿਵ ਆਏ ਹੈਗੇ ਨੇ। ਉਸ ਤੋਂ ਬਾਵਜੂਦ ਵੀ
ਉਹਨਾਂ ਨੇ ਕੰਮ ਨਹੀਂ ਛੱਡਿਆ ਹੈ, ਉਹ ਫਿਰ ਵੀ ਕੰਮ ਕਰ ਰਹੇ ਹੈਗੇ ਨੇ। ਤਾਂ ਮੈਨੂੰ ਤਾਂ ਇਹ ਪੂਰੀ ਉਮੀਦ ਹੈ, ਮੈਂ ਇਹੀ ਮੰਨਦੀ ਹਾਂ ਕਿ ਆਪਾਂ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਉਸ ਤੋਂ ਘਬਰਾਹਟ ਕੇ ਸਾਡੀ ਜਿਹੜੀ ਐਫਰਟ ਹੈ ਉਹ ਘੱਟ ਹੋ ਜਾਏਗੀ। ਮੈਡਮ ਮੈਂ ਗੁਸਤਾਖੀ ਕਰ ਰਿਹਾ, ਲਾਸਟ ਕੁਐਸਚਨ ਤੋਂ ਬਾਅਦ ਇੱਕ ਜ਼ਰੂਰੀ ਹੈ, ਪੰਜਾਬ ਦੇ ਲੋਕਾਂ ਦੇ ਕੰਨ ਜਿਹੜੇ ਖੜੇ ਨੇ ਵੀ ਸਾਨੂੰ ਕੋਈ ਇੱਦਾਂ ਦੀ ਖਬਰ ਮਿਲੇ ਵੀ ਕਦੋਂ ਪੰਜਾਬ ਕਰੋਨਾ ਮੁਕਤ ਹੋਊਗਾ। ਪਹਿਲੋਂ ਸੁਣਦੇ ਸੀ ਪੀਕ ਅਗਸਤ 'ਚ ਆਏਗੀ, ਫਿਰ ਸਤੰਬਰ 'ਚ। ਕੱਲ੍ਹ ਡਾਕਟਰ ਕੇ ਤਲਵਾਰ ਨੇ ਕਹਿ ਦਿੱਤਾ ਵੀ ਠੰਡ ਵੀ ਜਿਹੜੀ ਪੰਜਾਬ ਦੇ ਲੋਕਾਂ ਲਈ ਬਹੁਤੀ ਚੰਗੀ ਸਿੱਧ ਨਹੀਂ ਹੋਊਗੀ, ਅਗਲੇ 4 ਹਫ਼ਤੇ ਵੀ ਪੀਕ ਆ ਸਕਦੀ ਹੈ। ਮੈਡਮ ਤਨੂੰ ਕਿਵੇਂ ਸੋਚਦੇ ਨੇ ਜਦੋਂ ਤੁਸੀਂ ਸਾਰੇ ਪ੍ਰੋਸੈਸ ਤੋਂ ਨਿਕਲਦੇ ਜੇ, ਕਦੋਂ ਅਸੀਂ ਮਾਸਕ ਲਾ ਕੇ ਘੁੰਮਣ ਦੇ ਯੋਗ ਹੋਵਾਂਗੇ? ਤਰਲੋਚਨ ਜੀ, ਮੇਰੇ ਖਿਆਲ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਤਾਂ ਪਹਿਲੀ ਵਾਰੀ ਦੇਖ ਰਹੇ ਨੇ। 100 ਸਾਲ ਬਾਅਦ ਇੱਦਾਂ ਦਾ ਆਇਆ ਹੈਗਾ, ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਕਦ ਖਤਮ ਹੋਏਗਾ ਮੈਂ ਉਹਦੇ ਬਾਰੇ ਤਾਂ ਸ਼ਾਇਦ ਜਵਾਬ ਨਹੀਂ ਦੇ ਸਕਾਂਗੀ, ਲੇਕਿਨ ਮੈਂ ਤੁਹਾਨੂੰ ਇੱਕ ਆਪਣੀ ਜਿਹੜੀ ਮੇਰੀ ਸੋਚ ਪਰਸਨਲ ਹੈਗੀ ਹੈ ਮੈਂ ਉਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ। ਜਦ ਕਰੋਨਾ ਸ਼ੁਰੂ ਹੋਇਆ ਸੀ ਮਾਰਚ ਅਪ੍ਰੈਲ ਦੇ ਵਿੱਚ, ਉਸ ਵੇਲੇ ਆਪਾਂ ਸਾਰਿਆਂ ਨੇ, ਭਾਵੇਂ ਉਹ ਇੰਡੀਵਿਜੂਅਲ ਲੈਵਲ 'ਤੇ ਹੋਵੇ, ਭਾਵੇਂ ਉਹ ਇੰਟੈਲੈਕਚੁਅਲ ਲੈਵਲ 'ਤੇ ਹੋਵੇ, ਭਾਵੇਂ ਉਹ ਸਰਕਾਰੀ ਲੈਵਲ 'ਤੇ ਹੋਵੇ, ਆਪਾਂ ਸਾਰਿਆਂ ਨੇ ਉਹ ਕਾਫੀ ਕੁਝ ਪੜ੍ਹਿਆ। ਬਾਕੀ ਦੇਸ਼ ਕਿਵੇਂ ਕਰ ਰਹੇ ਹੈਗੇ ਉਹ ਪੜ੍ਹਿਆ, ਪਿਛਲੇ 100 ਸਾਲ ਪਹਿਲਾਂ ਕੀ ਹੋਇਆ ਸੀ ਉਹ ਪੜ੍ਹਿਆ, ਅਤੇ ਸਾਨੂੰ ਪਤਾ ਲੱਗਿਆ, ਆਪਾਂ ਕਾਫੀ ਜਾਗਰੂਕ ਹੋਏ। ਸਾਨੂੰ ਲੱਗਿਆ ਕਿ ਇਹ ਜੀ ਇੱਕ ਵੇਵ ਹੈਗੀ ਹੈ, ਆਏਗੀ ਫਿਰ ਥੱਲੇ ਹੋ ਜਾਏਗੀ। ਮੈਂ ਹਿਸਟਰੀ ਦੀ ਸਟੂਡੈਂਟ ਹਾਂ ਔਰ ਮੈਂ ਇਹ ਬਿਲੀਵ ਕਰਦੀ ਹਾਂ ਕਿ ਇਨਸਾਨ, ਹਿਊਮਨਸ ਹਿਸਟਰੀ ਤੋਂ ਸਿੱਖਦੇ ਨਹੀਂ। ਸੋ ਆਪਾਂ ਵੀ ਨਹੀਂ ਸਿੱਖੇ। ਅਨਫੋਰਚੂਨੇਟ ਹੈਗੀ ਹੈ ਕਿ ਆਪਾਂ ਨੇ ਵੀ ਪਿਛਲੇ 100 ਸਾਲ ਪਹਿਲਾਂ ਦੀ ਸਿੱਖ ਨਹੀਂ ਲਈ। ਤੁਸੀਂ ਦੇਖੋ ਬਿਲਕੁਲ ਉਹੀ ਹੋ ਰਿਹਾ। ਸਾਨੂੰ ਪਤਾ ਸੀ ਕਿ ਪਹਿਲਾਂ ਪੀਕ ਆਏਗਾ ਫਿਰ ਜਾਏਗਾ, ਔਰ ਉਸ ਤੋਂ ਬਾਅਦ ਜਿਹੜਾ ਸੈਕਿੰਡ ਪੀਕ ਆਏਗਾ ਉਹ ਸ਼ਾਇਦ ਹੋਰ ਜ਼ਿਆਦਾ ਪਰੇਸ਼ਾਨੀ ਵਾਲਾ ਹੋਏਗਾ। ਜਿਸ ਤਰੀਕੇ ਨਾਲ ਆਪਾਂ ਹੁਣ ਇਹ ਸੋਚਦੇ ਹੈਗੇ ਕਿ ਕਰੋਨਾ ਤਾਂ ਬਸ ਇੱਕ ਫਲੂ ਹੀ ਹੈ, ਸਾਨੂੰ ਕੁਛ ਨਹੀਂ ਹੋ ਸਕਦਾ ਹੈਗਾ, ਮਾਸਕ ਲਗਾ ਕੇ ਕੀ ਹੋਏਗਾ। ਤੁਸੀਂ ਦੇਖਿਆ ਹੋਏਗਾ, ਮੈਂ ਦੇਖਿਆ ਹੈਗਾ, ਲੋਕੀ ਇੱਥੇ ਮਾਸਕ ਲਗਾ ਕੇ ਘੁੰਮਦੇ ਹੈਗੇ ਨੱਕ ਤੋਂ ਥੱਲੇ। ਉਹ ਸਾਡਾ ਬਚਾਓ ਨਹੀਂ ਹੈਗਾ। ਜੇ ਸਾਨੂੰ ਪਰੇਸ਼ਾਨੀ ਦਾ ਜਾਂ ਕਿਸੇ ਵੀ ਪ੍ਰੋਬਲਮ ਦਾ ਭਾਗ ਨਹੀਂ ਬਣਨਾ, ਸੋਲਿਊਸ਼ਨ ਦਾ ਭਾਗ ਬਣਨਾ ਹੈਗਾ, ਅਤੇ ਸਾਨੂੰ ਸੋਲਿਊਸ਼ਨ ਕਰਨਾ ਪਏਗਾ। ਸਾਨੂੰ ਆਪਣੇ ਲਈ, ਆਪਣੇ ਬੱਚਿਆਂ ਲਈ, ਮੇਰੇ ਛੋਟੇ ਬੱਚੇ ਹੈਗੇ ਨੇ ਅਤੇ ਉਹਨਾਂ ਲਈ ਜ਼ਰੂਰੀ ਹੈ। ਮੈਂ ਰੋਜ਼ ਦਫ਼ਤਰ ਆਉਂਦੀ ਹਾਂ, ਵਾਪਸ ਜਾ ਕੇ ਫਿਰ ਬੱਚਿਆਂ ਨੂੰ ਦੇਖਣਾ ਪੈਂਦਾ ਹੈਗਾ। ਤਾਂ ਮੇਰੇ ਲਈ ਜ਼ਰੂਰੀ ਹੈ, ਮੇਰੇ ਪਰਿਵਾਰ ਲਈ ਜ਼ਰੂਰੀ ਹੈ ਕਿ ਮੈਂ ਆਪਣੀ ਪ੍ਰੀਕਾਸ਼ਨ ਰੱਖਾਂ। ਸੋ ਪੰਜਾਬੀਓ, ਅਸੀਂ ਤੁਹਾਨੂੰ ਉਹ ਅਫਸਰ ਜਿਹੜੇ ਲਗਾਤਾਰ ਕਰੋਨਾ ਨਾਲ ਯੁੱਧ ਕਰ ਰਹੇ ਨੇ ਉਹਨਾਂ ਦੀ ਗੱਲਬਾਤ ਸੁਣਾਈ। ਮੈਂ ਮੈਡਮ ਤਨੂੰ ਕਸ਼ਪ ਦੇ ਸ਼ਬਦਾਂ ਦਾ ਦੁਹਰਾਉ ਨਹੀਂ ਕਰੂੰਗਾ, ਪਰ ਉਹਨਾਂ ਨੇ ਜਿਵੇਂ ਹੋਰ ਐਕਸਪਰਟ ਮਾਹਰ ਜਿਹੜੇ ਨੇ ਇਹੀ ਬੇਨਤੀਆਂ, ਇਹੀ ਅਰਜ਼ੋਈਆਂ ਤੁਹਾਨੂੰ ਕਰਦੇ ਨੇ। ਜੇ ਤੁਸੀਂ ਮਾਸਕ ਪਾ ਕੇ ਰੱਖੋਗੇ, ਜੇ ਤੁਸੀਂ ਸਮਾਜਿਕ ਵਿੱਥ ਨਹੀਂ, ਉਹ ਗਲਤ ਸ਼ਬਦ ਹੈ, ਸਰੀਰਕ ਵਿੱਥ ਰੱਖੋਗੇ ਇੱਕ ਦੂਸਰੇ ਤੋਂ, ਜੇ ਤੁਸੀਂ ਭੀੜਾਂ ਇਕੱਠੀਆਂ ਨਹੀਂ ਕਰੋਗੇ, ਜੇ ਤੁਸੀਂ ਕਿਸੇ ਭੀੜ ਦਾ ਹਿੱਸਾ ਨਹੀਂ ਬਣੋਗੇ, ਔਰ ਜਦੋਂ ਤੁਸੀਂ ਕਿਤੇ ਪਬਲਿਕ ਥਾਂ 'ਤੇ ਜਾਂਦੇ ਜੇ ਉੱਥੇ ਵਾਰ-ਵਾਰ ਹੱਥ ਵਾਸ਼ ਕਰੋਗੇ ਤੇ ਕਰੋਨਾ ਤੁਹਾਡੇ ਨੇੜੇ ਨਹੀਂ ਆਏਗੀ। ਸੋ ਆਸ ਕਰਦੇ ਹਾਂ ਤੁਸੀਂ ਕਰੋਨਾ ਨੂੰ ਆਪਣੇ ਤੋਂ ਦੂਰ ਕਰਨ ਲਈ ਮੁਫਤੋਂ ਮੁਫਤੀ ਇਹ 4 ਜਿਹੜੇ ਗੁਰ ਜੇ ਅਪਣਾ ਲਓਗੇ ਤੇ ਪੰਜਾਬ ਜਲਦ ਕਰੋਨਾ ਮੁਕਤ ਹੋ ਸਕਦਾ। ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਤਰਲੋਚਨ ਸਿੰਘ, PTC ਨਿਊਜ਼, ਮੋਹਾਲੀ।